ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰਗ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਵਾਹਿਗੁਰੂ ਪਰਮਾਤਮਾ ਜੀ ਨੇ ਦਇਆ ਕਰਕੇ ਮਨੁੱਖਾਂ ਦੇ ਬਖਸ਼ੀ ਆ। ਇਹ ਭਾਈ ਇਸ ਸੰਸਾਰ ਦੇ ਵਿੱਚ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਸੰਸਾਰ ਦੀ ਨਿਵਰਤੀ ਕਰਨੀ ਆ। ਤੇ ਇਹ ਜੀਵ ਸੰਸਾਰ ਦੇ ਵਿੱਚ ਆ ਕੇ ਵਾਹਿਗੁਰੂ ਨਾਲ ਕੀਤਾ ਵਾਅਦਾ ਭੁੱਲ ਗਿਆ। ਲਿਵ ਛੁੜਕੀ ਲਗੀ ਤ੍ਰਿਸ਼ਨਾ ਤੋ ਮਹਾਰਾਜ ਫੇਰ ਦਇਆ ਕਰਕੇ ਦੁਬਾਰਾ ਜੀਵ ਨੂੰ ਚੇਤੇ ਕਰਾਉਂਦੇ ਆ। ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਵੋ ਸੰਤ ਪਿਆਰਿਓ ਅਗਤ ਕੀ ਕਰਹੁ ਕਹਾਣੀ। ਪ੍ਰਥਮ ਭਗਤੀ ਸੰਤਨ ਕਰ ਸੰਗਾ ਏਕ ਘੜੀ ਆਦਿ ਘੜੀ ਆਦਿ ਤੇ ਫੁਨਿਆਦ। ਭਗਤਨ ਸੇਤੀ ਗੋਸ਼ਟੀ ਜੋ ਕੀਨੋ ਸੋ ਲਾਭ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਕੋਈ ਮੋਕੋ ਹਰ ਸਿਉ ਦੇਵੇ ਜੋੜ। ਤੋ ਮਹਾਰਾਜ ਇਹ ਉਪਦੇਸ਼ ਕਰਦੇ ਨੇ ਕਿ ਭਾਈ ਪਰਮਾਤਮਾ ਦੇ ਪਿਆਰੇ ਦੇ ਕੋਲੋਂ ਪਰਮਾਤਮਾ ਹੀ ਮੰਗਣਾ ਚਾਹੀਦਾ, ਸੰਸਾਰ ਨਹੀਂ ਮੰਗਣਾ ਚਾਹੀਦਾ। ਪਾਠ ਕਰੋ, ਸੇਵਾ ਕਰੋ, ਸਿਮਰਨ ਕਰੋ, ਪਰ ਭਾਵ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੱਖੋ, ਕਿਉਂਕਿ ਉਹ ਵਾਹਿਗੁਰੂ ਪਰਮਾਤਮਾ ਜੀ ਅਕਥ ਆ, ਉਹਦੀ ਕਥਨੀ ਤੋਂ ਪਰੇ ਆ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਇਹ ਪਿਆਰੇ ਸੰਤ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਓ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਮਹਿਮਾ ਸੁਣਾਓ। ਪਰਮਾਤਮਾ ਦਾ ਪਿਆਰਾ ਹਮੇਸ਼ਾ ਹੀ ਕਥਾ ਸੁਣਨ ਦਾ ਪਿਆਰਾ ਹੁੰਦਾ। ਇਹੋ ਹੀ ਪ੍ਰੇਮ ਦੀ ਨਿਸ਼ਾਨੀ ਹੁੰਦੀ ਆ। ਕਥਾ ਸੁਣਨ ਵਿੱਚ ਚਿੱਤ ਲੱਗੇ, ਕੀਰਤਨ ਸੁਣਨ ਵਿੱਚ ਚਿੱਤ ਲੱਗੇ, ਸਿਮਰਨ ਵਿੱਚ ਚਿੱਤ ਲੱਗੇ, ਸੇਵਾ ਦੇ ਵਿੱਚ ਚਿੱਤ ਲੱਗੇ, ਇਹ ਪਰਮਾਤਮਾ ਦੇ ਪਿਆਰੇ ਦੀ ਨਿਸ਼ਾਨੀ ਹੁੰਦੀ ਹੈ। ਤੇ ਸੁਣਨ ਵਿੱਚ ਚਿੱਤ ਨਾ ਲੱਗੇ, ਕੀਰਤਨ ਵਿੱਚ ਚਿੱਤ ਨਾ ਲੱਗੇ, ਪਾਠ ਦੇ ਵਿੱਚ ਚਿੱਤ ਨਾ ਲੱਗੇ, ਤੇ ਮਹਾਰਾਜ ਕਹਿੰਦੇ ਕਿ ਭਾਈ ਇੱਥੇ ਪ੍ਰੇਮ ਘੱਟ ਆ। ਤੋ ਜਿਸ ਤਰ੍ਹਾਂ ਕੋਈ ਪਾਠ ਰਖਾਉਂਦਾ ਤੇ ਬੜਾ ਚਾਅ ਹੁੰਦਾ, ਬੜੀ ਵਿਵਸਥਾ ਕਰਦਾ, ਬਹੁਤ ਦਿਨ ਪਹਿਲੋਂ ਹੀ ਸੋਚ ਵਿਚਾਰ ਦਾ ਮੰਥਨ ਕਰਦਾ, ਪਰ ਜਿਸ ਦਿਨ ਮਹਾਰਾਜ ਦੀ ਸਵਾਰੀ ਘਰ ਆਉਂਦੀ ਆ ਉਸ ਦਿਨ ਭਾਈ ਹੋਰ ਦੇ ਹੋਰ ਹੀ ਕੰਮਾਂ ਦੇ ਵਿੱਚ ਵਿਅਸਤ ਹੋ ਜਾਂਦਾ। ਜਿਹੜੇ ਕੰਮ ਨੂੰ ਮਹਾਰਾਜ ਦੀ ਸਵਾਰੀ ਘਰ ਲੈ ਕੇ ਆਇਆ ਉਹ ਭੁੱਲ ਹੀ ਜਾਂਦਾ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਪਰਮਾਤਮਾ ਦੇ ਅਸਥਾਨ ਤੇ ਜਾਣਾ, ਉਹਦੀ ਸ਼ਰਨਾਗਤੀ 'ਚ ਜਾਣਾ, ਉਹਦੇ ਉਪਦੇਸ਼ ਨੂੰ ਧਾਰਨ ਕਰਨਾ,
ਸਰਵਣ ਕਰਨਾ, ਇਹੋ ਹੀ ਵਾਹਿਗੁਰੂ ਪ੍ਰਮਾਤਮਾ ਜੀ ਵੀ ਬਖਸ਼ਿਸ਼ ਦਾ ਕਾਰਨ ਬਣਦਾ। ਕਰਹੁ ਕਹਾਣੀ ਆਕਥ ਕੇਰੀ, ਕਿਤ ਦੁਆਰੇ ਪਾਈਐ। ਇਹ ਪ੍ਰਮਾਤਮਾ ਦੇ ਪਿਆਰਿਓ, ਉਸ ਬੇਅੰਤ ਪਰਮਾਤਮਾ ਦੀ ਅਕਥ ਕਥਾ ਸੁਣਾਓ ਤੇ ਕਿ ਮੈਂ ਕਿਸ ਤਰ੍ਹਾਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਾਂ, ਕਿਉਂਕਿ ਇਹ ਜੀਵ ਜਿਹੜਾ ਇਹ ਬਹੁਤ ਚਿਰਾਂ ਦਾ ਵਿਛੜਿਆ ਹੋਇਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜੀਵ ਜਿਹੜਾ ਇਹ ਬਹੁਤ ਚਿਰਾਂ ਦਾ ਵਿਛੜਿਆ ਹੋਇਆ, ਤੋ ਮਹਾਰਾਜ ਮੈਨੂੰ ਕੋਈ ਸਾਧਨ ਦਿਓ, ਮੈਨੂੰ ਕੋਈ ਜੁਗਤੀ ਦਿਓ ਜਿਹਦੇ ਨਾਲ ਮੈਂ ਵੀ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਇਉਂ ਲੀਨ ਹੋ ਜਾਵਾਂ ਜਿਵੇਂ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ। ਅਗਨੀ ਸੂਰਜ ਦੇ ਵਿੱਚ ਮਿਲ ਜਾਂਦੀ ਆ, ਇੱਕ ਹੋ ਜਾਂਦੀ ਆ, ਪਾਣੀ ਦੀ ਬੂੰਦ ਸਮੁੰਦਰ 'ਚ ਮਿਲ ਕੇ ਇੱਕ ਹੋ ਜਾਂਦੀ ਆ। ਇਸੇ ਤਰ੍ਹਾਂ ਮੇਰੀ ਵੀ ਜੀਵ ਆਤਮਾ ਵਾਹਿਗੁਰੂ ਪ੍ਰਮਾਤਮਾ ਵਿੱਚ ਮਿਲ ਕੇ ਇੱਕ ਹੋ ਜਾਵੇ, ਐਸੀ ਮੈਨੂੰ ਜੁਗਤੀ ਦਿਓ। ਮਹਾਰਾਜ ਦੀ ਕਥਾ ਬੇਅੰਤ ਆ, ਪ੍ਰਮਾਤਮਾ ਦੀ ਮਹਿਮਾ ਬੇਅੰਤ ਆ ਤੇ ਪ੍ਰਮਾਤਮਾ ਦੀ ਮਾਇਆ ਵੀ ਬੇਅੰਤ ਆ, ਉਹਦਾ ਵੀ ਕੋਈ ਅੰਤ ਨਹੀਂ। ਮਾਇਆ ਦਾ ਕੋਈ ਅੰਤ ਨਹੀਂ ਹੈਗਾ। ਹੁਣ ਕੋਈ ਕਿੰਨਾ ਵੀ ਆਨੰਦ ਵਿੱਚ ਆ ਜਾਏ, ਜਿਸ ਤਰ੍ਹਾਂ ਆਨੰਦ ਦੀ ਕੋਈ ਸੀਮਾ ਨਹੀਂ, ਪ੍ਰੇਮ ਦੀ ਕੋਈ ਸੀਮਾ ਨਹੀਂ, ਇਸੇ ਤਰ੍ਹਾਂ ਹੀ ਭੋਜਨ ਪ੍ਰਸ਼ਾਦ ਛਕ ਲਵੇ ਤੇ ਉਹਦੀ ਵੀ ਸੀਮਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਭੋਗ ਦੇ ਨਾਲ ਵੀ ਜੀਵ ਤ੍ਰਿਪਤ ਨਹੀਂ ਹੁੰਦਾ। ਅਨਕ ਭੋਗ ਵਿਖਿਆ ਗਗਰੇ, ਨਾ ਤ੍ਰਿਪਤਾਵੇ ਖੱਬ ਖੱਬ ਮਰੇ। ਤੋ ਮਹਾਰਾਜ ਕਹਿੰਦੇ ਆ ਕਿ ਭਾਈ ਵਾਹਿਗੁਰੂ ਪ੍ਰਮਾਤਮਾ ਬੇਅੰਤ ਹੈ, ਉਹਦੀ ਮਾਇਆ ਵੀ ਬੇਅੰਤ ਹੈ, ਕੋਈ ਅੰਤ ਨਹੀਂ ਹੈਗਾ। ਕਿਉਂਕਿ ਮਾਇਆ ਹੁਣ ਮੁਰਗੀ ਪਹਿਲੋਂ ਕਿ ਆਂਡਾ ਪਹਿਲੋਂ, ਜੇ ਕਹੇ ਆਂਡਾ ਪਹਿਲੋਂ ਆ ਤੇ ਆਂਡੇ ਤੋਂ ਹੀ ਮੁਰਗੀ ਬਣੀ ਆ, ਜੇ ਕਹੇ ਮੁਰਗੀ ਪਹਿਲੋਂ ਆਈ ਆ ਤੇ ਫਿਰ ਮੁਰਗੀ ਵੀ ਤਾਂ ਆਂਡੇ ਤੋਂ ਹੀ ਪੈਦਾ ਹੋਈ ਹੋਊਗੀ। ਮੌਨ ਹੀ ਹੋ ਜਾਏਗੀ ਬਾਣੀ, ਮੌਨ ਹੋ ਜਾਏਗੀ, ਕੋਈ ਉੱਤਰ ਨਹੀਂ ਮਿਲੇਗਾ। ਜੇਕਰ ਅੰਬ ਪਹਿਲੋਂ ਕਿ ਅੰਬ ਦਾ ਰੁੱਖ ਪਹਿਲੋਂ, ਜੇ ਕਹੇ ਕਿ ਰੁੱਖ ਪਹਿਲੋਂ ਆਇਆ ਸੀਗਾ ਤੇ ਰੁੱਖ ਪਹਿਲੋਂ ਆਇਆ ਸੀ ਤੇ ਰੁੱਖ ਕਿਸੇ ਅੰਬ ਤੋਂ ਹੀ ਪੈਦਾ ਹੋਇਆ ਹੋਵੇਗਾ ਤੇ ਅੰਬ ਜਿਹੜਾ ਉਹ ਕਿਸੇ ਰੁੱਖ ਨੂੰ ਹੀ ਲੱਗਾ ਹੋਵੇਗਾ। ਕਿਹੜੀ ਚੀਜ਼ ਪਹਿਲੋਂ ਆਈ ਹੋਵੇਗੀ? ਅੰਬ ਆਇਆ ਹੋਵੇਗਾ ਕਿ ਅੰਬ ਦਾ ਬੀਜ ਪਹਿਲੋਂ ਆਇਆ ਹੋਵੇਗਾ? ਜੇ ਅੰਬ ਦਾ ਬੀਜ ਪਹਿਲੋਂ ਆਇਆ ਤੇ ਫਿਰ ਅੰਬ ਦਾ ਬੀਜ ਬੂਟੇ ਨੂੰ ਹੀ ਲੱਗਾ ਹੋਵੇਗਾ। ਤੋ ਮਹਾਰਾਜ ਕਹਿੰਦੇ ਕਿ ਪ੍ਰਮਾਤਮਾ ਬੇਅੰਤ ਹੈ, ਪ੍ਰਮਾਤਮਾ ਦੀ ਮਾਇਆ ਵੀ ਬੇਅੰਤ ਹੈ। ਤੋ ਮਹਾਰਾਜ ਇੱਥੇ ਪ੍ਰਮਾਤਮਾ ਦੇ ਕੋਲੋਂ, ਪ੍ਰਮਾਤਮਾ ਦੇ ਪਿਆਰਿਆਂ ਦੇ ਕੋਲੋਂ ਜੁਗਤੀ ਸਿਖਾਉਂਦੇ ਨੇ ਕਿ ਕਿਸ ਤਰ੍ਹਾਂ ਪ੍ਰਮਾਤਮਾ ਦੇ ਮਿਲਣ ਦੀ ਜੁਗਤੀ ਜਿਹੜੀ ਆ ਉਹ ਸਾਨੂੰ ਗੁਰਬਾਣੀ ਦੇ ਕੋਲੋਂ, ਸਤਸੰਗ ਦੇ ਵਿੱਚੋਂ ਪ੍ਰਾਪਤ ਕਰਨੀ ਚਾਹੀਦੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮਨੇ ਪਾਈਐ। ਆਪ ਸਹਿਤ ਸਗਲ ਹੀ ਤਿਆਗੇ, ਤਾਂ ਆਪਨ ਬੇੜੀ ਆਏ। ਤੋ ਮਹਾਰਾਜ ਕਹਿੰਦੇ ਆ ਕਿ ਭਾਈ ਤਨ ਮਨ ਧਨ ਯਥਾ ਯੋਗ ਪਰਮਾਤਮਾ ਦੇ ਅਰਪਣ ਕਰਕੇ ਹੀ ਪਰਮਾਤਮਾ ਦਾ ਜਿਹੜਾ ਮਰਿਆਦਾ ਵਾਲਾ ਹੁਕਮ ਆ ਇਹਨੂੰ ਪ੍ਰਾਪਤ ਕਰ ਸਕਦਾ। ਇਹੋ ਹੀ ਹੁਕਮ ਆ ਪਰਮਾਤਮਾ ਜੀ ਦਾ। ਇੱਕ ਰਾਜੇ ਦਾ ਹੁਕਮ ਹੁੰਦਾ ਉਹ ਤਾਨਾਸ਼ਾਹੀ ਹੁੰਦਾ, ਜਿਹੜਾ ਪਰਮਾਤਮਾ ਜੀ ਦਾ ਹੁਕਮ ਹੈ ਉਹ ਮਰਿਆਦਾ ਵਾਲਾ ਵਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ
ਵਾਹਿਗੁਰੂ ਪਰਮਾਤਮਾ ਜੀ ਨੂੰ ਪ੍ਰਾਪਤ ਕਰਨਾ ਤੇ ਤਨ ਕਰਕੇ ਗੁਰੂ ਦੀ ਸੰਗਤ ਦੀ ਸੇਵਾ ਕਰ, ਧਨ ਕਰਕੇ ਵੀ ਜਥਾ ਜੋਗ ਸੰਗਤ ਦੀ ਸੇਵਾ ਕਰ, ਤੇ ਮਨ ਕਰਕੇ ਭਾਈ ਗੁਰੂ ਤੇ ਸ਼ਰਧਾ ਪ੍ਰੇਮ ਵਿਸ਼ਵਾਸ ਰੱਖ। ਤੋ ਮਹਾਰਾਜ ਕਹਿੰਦੇ ਕਿ ਇਹੋ ਹੀ ਤੂੰ ਪਰਮਾਤਮਾ ਦਾ ਮਰਿਆਦਾ ਵਾਲਾ ਹੁਕਮ ਸਮਝੀ, क्योंकि अपनी हस्ती को मिटा यदि मर्तबा चाहे। तो महाराज कहते हैं कि धरती में मिट के दाना गुलजार होता। बीज ਪਹਿਲੋਂ ਧਰਤੀ ਦੇ ਵਿੱਚ ਗਲਦਾ ਤੇ ਫਿਰ ਰੁੱਖ ਬਣਦਾ ਤੇ ਫਲ ਦਿੰਦਾ। ਇਸੇ ਤਰ੍ਹਾਂ ਹੀ ਜੇ ਤੂੰ ਵਾਹਿਗੁਰੂ ਪਰਮਾਤਮਾ ਜੀ ਦਾ ਸੇਵਕ ਬਣਨਾ ਤੇ ਪਹਿਲੋਂ ਆਪਣੇ ਹੰਕਾਰ ਨੂੰ ਛੱਡ ਕਿ ਮੈਂ ਕੁਛ ਹਾਂ, ਕਿਉਂਕਿ ਜੋ ਸ਼ਰਨ ਆਵੇ ਤਿਸੇ ਕੰਠ ਲਾਵੇ। ਇਹ ਬਿਰਧ ਸੁਆਮੀ ਸੰਤਾ, ਜਿਹੜਾ ਸ਼ਰਨ ਦੇ ਵਿੱਚ ਆਉਂਦਾ ਨਿਆਸਰਾ ਹੋ ਕੇ ਉਹਨੂੰ ਵਾਹਿਗੁਰੂ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਲਾਉਂਦਾ, ਤੇ ਜਿਹੜਾ ਆਪਣੀ ਮੱਤ ਲੈ ਕੇ ਜਾਂਦਾ ਉਹ ਭਾਈ ਵਾਹਿਗੁਰੂ ਪਰਮਾਤਮਾ ਦੀ ਮੱਤ ਨੂੰ ਧਾਰਨ ਨਹੀਂ ਕਰ ਸਕਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਨੂੰ ਪਾਉਣਾ ਵਾ ਤੇ ਫਿਰ ਮਰਿਆਦਾ ਦੇ ਵਿੱਚ ਆਪਣਾ ਜੀਵਨ ਕਰ, ਕਿਉਂਕਿ ਪਰਮੇਸ਼ਰ ਪਰਮਾਤਮਾ ਜੀ ਨੂੰ ਮਿਲਣ ਦੀ ਜਿਹੜੀ ਇਹ ਮਰਿਆਦਤ ਪੌੜੀ ਆ, ਗੁਰੂ ਮਹਾਰਾਜ ਨੇ ਜਦੋਂ ਵਿਆਹ ਸ਼ਾਦੀ ਹੁੰਦੀ ਆ 4 ਲਾਵਾਂ ਸੰਪੂਰਨ ਹੁੰਦੀਆਂ ਤੇ ਫਿਰ ਲੜਕਾ ਲੜਕੀ ਇੱਕ ਹੁੰਦੇ ਆ। ਇਹ 4 ਲਾਵਾਂ ਜਿਹੜੀਆਂ ਹੈਗੀਆਂ ਇਹ 4 ਅਵਸਥਾਵਾਂ। ਸਭ ਤੋਂ ਪਹਿਲੋਂ ਕਰਮ ਕਾਂਡ। ਗੁਰੂ ਨਾਨਕ ਦੇਵ ਜੀ ਦੇ ਕੋਲ ਜਦੋਂ ਭਾਈ ਲਹਿਣਾ ਜੀ ਗਏ ਆ ਤੇ ਬਾਬੇ ਨਾਨਕ ਨੇ ਅੰਦਰੋਂ ਮਾਲਾ ਲਿਆਣ ਕੇ ਨਹੀਂ ਫੜਾਈ। ਬਾਬੇ ਨਾਨਕ ਨੇ ਅੰਦਰੋਂ ਦਾਤੀ ਤੇ ਪੱਲੀ ਦਿੱਤੀ ਭਾਈ ਲਹਿਣੇ ਨੂੰ ਕਿ ਪੁਰਖਾ ਜਾ ਲੰਗਰ ਵਾਸਤੇ ਦਾਣਾ ਤਿਆਰ ਕਰ, ਅਨਾਜ ਤਿਆਰ ਕਰ। ਉਸ ਤੋਂ ਬਾਅਦ ਅਨਾਜ ਦਾ ਪ੍ਰਸ਼ਾਦਾ ਬਣਾਓ, ਉਸ ਤੋਂ ਬਾਅਦ ਸੰਗਤ ਨੂੰ ਛਕਾਓ। ਛਕਾਉਣ ਤੋਂ ਬਾਅਦ ਫੇਰ ਭਾਈ ਤੂੰ ਉਪਾਸ਼ਨਾ ਦਾ ਹੱਕਦਾਰ ਆ। ਉਸ ਤੋਂ ਬਾਅਦ ਫਿਰ ਮਾਲਾ ਫੜਾਈ ਤੇ ਮਾਲਾ ਫੜਾਉਣ ਤੋਂ ਬਾਅਦ ਫਿਰ ਆਪਣੇ ਸੀਨੇ ਨਾਲ ਲਾ ਕੇ ਅੰਗਦ ਬਣਾਇਆ। ਤੋ ਜਿਹੜਾ ਛਲ ਕਪਟ ਲੈ ਕੇ ਗੁਰੂ ਦੇ ਪਾਸ ਜਾਂਦਾ ਵਾ ਉਹ ਖਾਲੀ ਦਾ ਖਾਲੀ ਰਹਿ ਜਾਂਦਾ, ਤੇ ਜਿਹੜਾ ਗੁਰੂ ਮਹਾਰਾਜ ਦਾ ਹੁਕਮ ਮੰਨਦਾ ਉਹ ਗੁਰੂ ਅੰਗਦ ਦੇਵ ਜੀ ਵਾਂਗੂ ਫਿਰ ਉਹ ਭਾਈ ਲਹਿਣੇ ਵਾਂਗੂ ਅੰਗ ਦੇ ਨਾਲ ਅੰਗ ਮਿਲ ਜਾਂਦਾ, ਜੋਤੀ ਨਾਲ ਜੋਤੀ ਮਿਲ ਜਾਂਦੀ ਹੈ, ਉਹ ਗੁਰੂ ਅੰਗਦ ਸਾਹਿਬ ਬਣ ਜਾਂਦਾ। ਇਸ ਕਰਕੇ ਮਹਾਰਾਜ ਨੇ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਜਿਹੜਾ ਸਖਤ ਮਿਹਨਤ ਕਰਦਾ, ਮਸ਼ੱਕਤ ਕਰਦਾ, ਸੱਚੀ ਕਮਾਈ ਕਰਦਾ, ਸੱਚੀ ਸੇਵਾ ਕਰਦਾ, ਉਹ ਹੀ ਸਮਾਧੀ ਲਾ ਸਕਦਾ, ਉਪਾਸ਼ਨਾ ਕਰ ਸਕਦਾ। ਜਿਹੜਾ ਉਪਾਸ਼ਨਾ ਕਰ ਗਿਆ ਉਹ ਹੀ ਗਿਆਨ ਕਾਣ ਕਰ ਸਕਦਾ, ਉਹਨੂੰ ਹੀ ਗੁਰਬਾਣੀ ਦਾ ਅਰਥ ਪਤਾ ਲੱਗੇਗਾ, ਉਹਨੂੰ ਹੀ ਮਹਾਰਾਜ ਦੀ ਬਾਣੀ ਦੀ ਸਮਝ ਆਏਗੀ, ਸੋਝੀ ਆਏਗੀ। ਤਾਂ ਜਿਹਨੂੰ ਸੋਝੀ ਆ ਗਈ ਉਹਦਾ ਗਿਆਨ ਕਾਂਡ ਪੂਰਾ ਹੋ ਗਿਆ ਤੇ ਚੌਥੀ ਭੂਮਿਕਾ ਦੇ ਵਿੱਚ ਫਿਰ ਉਹ ਵਾਹਿਗੁਰੂ ਪਰਮਾਤਮਾ ਦਾ ਰੂਪ ਹੋ ਜਾਏਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਹੁਕਮ ਮੰਨੀਏ ਹੋਵੇ ਪ੍ਰਵਾਨ। ਤੋ ਮਹਾਰਾਜ ਕਹਿੰਦੇ ਨੇ
ਕਿ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਦਰਗੇ ਕਸ ਬਸ ਜਾਈਏ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਪਿਆਰਿਆਂ ਦਾ ਹੁਕਮ ਜਿਹਨੇ ਮੰਨਿਆ ਉਹ ਵਾਹਿਗੁਰੂ ਦਾ ਰੂਪ ਹੋ ਗਏ। ਗੁਰੂ ਅੰਗਦ ਦੇਵ ਜੀ ਦਾ ਗੁਰੂ ਅਮਰਦਾਸ ਨੇ ਹੁਕਮ ਮੰਨਿਆ, ਪਹਿਲੋਂ ਸੇਵਾ ਕੀਤੀ ਆ ਤੇ ਫਿਰ ਸਿਮਰਨ ਕੀਤਾ, ਫਿਰ ਪਰਮਾਤਮਾ ਦਾ ਗਿਆਨ ਹੋਇਆ। ਤਾਂ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਤੂੰ ਵੀ ਉਸ ਰਾਜੇ ਜਨਕ ਵਾਂਗੂ ਵਾਹਿਗੁਰੂ ਪਰਮਾਤਮਾ ਨੂੰ ਪਾਉਣਾ ਵਾ ਤੇ ਕੋਈ ਨਾ ਕੋਈ ਸਮਰਪਣ ਕਰਨਾ ਪਵੇਗਾ। ਰਾਜੇ ਜਨਕ ਨੂੰ ਸੁੱਤੇ ਪੈ ਨੂੰ ਸੁਪਨਾ ਆ ਗਿਆ, ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਤੇ ਜਦੋਂ ਅੱਖਾਂ ਖੁੱਲੀਆਂ ਤੇ ਕਹਿੰਦਾ ਮੈਂ ਤੇ ਭਿਖਾਰੀ ਆ। ਰਾਣੀਆਂ ਕਹਿੰਦੀਆਂ ਨਹੀਂ ਤੁਸੀਂ ਤੇ ਰਾਜਾ ਵਾ। ਹੁਣ ਉਹਨੂੰ ਸ਼ੰਕਾ ਪੈ ਗਿਆ। ਸ਼ੰਕਾ ਨਿਵਰਤ ਕਰਨ ਵਾਸਤੇ ਬਹੁਤ ਵਿਦਵਾਨ ਆਏ ਪਰ ਨਹੀਂ ਸ਼ੰਕਾ ਨਿਵਰਤ ਹੋਇਆ। ਉਸ ਤੋਂ ਬਾਅਦ ਫਿਰ ਅਸ਼ਟਾਵਕਰ ਜੀ ਆਏ। ਉਹਨਾਂ ਨੇ ਆਖਿਆ ਕਿ ਰਾਜਨ ਤੈਨੂੰ ਤਨ ਮਨ ਧਨ ਵਿੱਚੋਂ ਕੁਝ ਦੇਣਾ ਪੈਣਾ। ਸੋਚ ਵਿਚਾਰ ਕੇ ਕਹਿੰਦਾ ਜੀ ਮੈਂ ਮਨ ਦੇਵਾਂਗਾ। ਕਹਿੰਦੇ ਜੇ ਮਨ ਦੇਵੇਂਗਾ ਤੇ ਠੀਕ ਆ, ਫਿਰ ਮੈਂ ਜਦੋਂ ਚਾਹੂੰਗਾ ਉਦੋਂ ਹੀ ਲਵਾਂਗਾ। ਕਹਿੰਦਾ ਜੀ ਠੀਕ ਆ। ਤੋ ਅਸ਼ਟਾਵਕਰ ਕਹਿੰਦੇ ਠੀਕ ਆ। ਕਹਿੰਦਾ ਜੀ ਮੈਂ ਘੋੜੇ ਤੇ ਚੜੂੰਗਾ, ਚੜਦਿਆਂ ਚੜਦਿਆਂ ਮੈਨੂੰ ਗਿਆਨ ਹੋਣਾ ਚਾਹੀਦਾ। ਤੋ ਘੋੜੇ ਤੇ ਚੜਿਆ, ਚੜਨ ਨਹੀਂ ਦਿੱਤਾ, ਅੱਧ ਚ ਹੀ ਆ ਹਾਲੇ। ਤੇ ਅਸ਼ਟਾਵਕਰ ਜੀ ਕਹਿੰਦੇ ਵੀ ਤੂੰ ਭਾਈ ਮਨ ਦੇ ਦੇ। ਹੁਣ ਮਨ ਦੇ ਦਿੱਤਾ ਤੇ ਨਾ ਤਾਂ ਤੇ ਨਾ ਠਾਂ। ਕਹਿੰਦੇ ਕਿੱਦਾਂ? ਕਹਿੰਦੇ ਜੀ ਨਾ ਤਾਂ ਨਾ ਠਾਂ। ਕਹਿੰਦਾ ਕਿੱਥੇ ਆ? ਕਹਿੰਦਾ ਵਿਚਕਾਲੀ। ਕਹਿੰਦੇ ਬਸ ਫਿਰ ਇਹੋ ਹੀ ਤੇਰਾ ਉਤਰਿਆ ਰਾਜੇ, ਨਾ ਤੂੰ ਭਿਖਾਰੀ ਆ ਤੇ ਨਾ ਤੂੰ ਰਾਜਾ ਵਾਂ। ਤੂੰ ਵਾਹਿਗੁਰੂ ਪ੍ਰਮਾਤਮਾ ਦਾ ਰੂਪ ਆ। ਆਪਣੇ ਰੂਪ ਨੂੰ ਪਛਾਣ ਲਾ। ਉਹਦਾ ਹਿਰਦਾ ਸ਼ੁੱਧ ਸੀਗਾ, ਉਹਨੂੰ ਗਿਆਨ ਹੋ ਗਿਆ, ਥੱਲੇ ਉਤਰਿਆ, ਚਰਨੀ ਡਿੱਗ ਪਿਆ। ਤਾਂ ਮਹਾਰਾਜ ਕਹਿੰਦੇ ਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਜਾਏ। ਇਹ ਵਾਹਿਗੁਰੂ ਪ੍ਰਮਾਤਮਾ ਦਾ ਮਰਿਆਦਾ ਵਾਲਾ ਹੁਕਮ ਆ। ਜੇ ਵਾਹਿਗੁਰੂ ਨੂੰ ਪਾਉਣਾ ਵਾ ਤੇ ਉਹਨੂੰ ਤਨ ਮਨ ਧਨ ਸਭ ਸੌਂਪ ਦੇ। ਇਹ ਜਿਹੜੀ ਵਾਧੂ ਦੀ ਮੈਂ ਮੇਰੀ ਆ ਅਸੱਤੀ ਜਿਹੜੀ ਹੈਗੀ ਹੈ ਨਾ, ਤਨ ਦੀ ਅਸੱਤੀ, ਇਹ ਸਰੀਰ ਮੇਰਾ, ਇਹ ਧਨ ਮੇਰਾ, ਇਹ ਮਨ ਮੇਰਾ, ਮਹਾਰਾਜ ਕਹਿੰਦੇ ਅਸੱਤੀ ਛੱਡ ਦੇ। ਨਿਮਰ ਹੋ ਕੇ ਵਾਹਿਗੁਰੂ ਪ੍ਰਮਾਤਮਾ ਗੁਰੂ ਦੇ ਚਰਨੀ ਢਹਿ ਪਾ। ਹੁਕਮ ਮੰਨਹੁ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਤੋ ਮਹਾਰਾਜ ਕਹਿੰਦੇ ਕਿ ਭਾਈ ਗੁਰੂ ਦਾ ਜਿਹੜਾ ਹੁਕਮੀ ਮਰਜ਼ਾਦਾ ਵਾਲਾ ਜਿਹੜਾ ਹੁਕਮ ਆ, ਇਹਨੂੰ ਪ੍ਰਾਪਤ ਕਰਕੇ ਸਦਾ ਰਹਿਣ ਵਾਲੇ ਪ੍ਰਮਾਤਮਾ ਜੀ ਦਾ ਨਾਮ ਜਪ ਤੇ ਭਾਈ ਉਸ ਦੇ ਗੁਣਾਂ ਦੀ ਵਡਿਆਈ ਕਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ। ਉਹਦੇ ਵੱਡੇ ਗੁਣਾਂ ਦੀ, ਵੱਡੇ ਸੰਸਕਾਰਾਂ ਦੀ ਵਡਿਆਈ ਕਰ ਤੇ ਮਨ ਬਚਨ ਔਰ ਕਰਮ ਕਰਕੇ ਸ਼ੁੱਧ ਹੋ ਜਾ। ਮਨ ਕਰਕੇ ਕਿਸੇ ਦਾ ਬੁਰਾ ਨਹੀਂ ਸੋਚਣਾ, ਬਚਨ ਕਰਕੇ ਕਿਸੇ ਨੂੰ ਬੁਰਾ ਨਹੀਂ ਬੋਲਣਾ, ਔਰ ਕਰਮ ਕਰਕੇ ਭਾਈ ਸ਼ੁੱਧ ਕਿਰਤ ਕਰਨੀ ਆ। ਤੋ ਮਹਾਰਾਜ ਕਹਿੰਦੇ ਆ ਕਿ ਇਹਦੇ ਨਾਲ ਸਮ ਵਿਵਹਾਰ ਕਰ, ਸਾਰਿਆਂ ਦੇ ਨਾਲ ਰਾਗ ਦਵੇਸ਼ ਤੋਂ ਰਹਿਤ ਵਿਵਹਾਰ ਕਰ ਤੇ ਫਿਰ ਭਾਈ ਉਹ ਵਾਹਿਗੁਰੂ ਪਰਮਾਤਮਾ ਜੀ ਤੈਨੂੰ ਆਪਣੇ ਚਰਨੀ ਲਾਊਗਾ। ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਤੋ ਮਹਾਰਾਜ ਕਹਿੰਦੇ ਕਿ ਭਾਈ ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਹਨਾਂ ਚਿਰ ਤਤਪਰ ਰਹਿ ਕੇ ਮਹਾਂਪੁਰਖਾਂ ਦੀ ਸੰਗਤ ਕਰ, ਬ੍ਰਹਮ ਗਿਆਨੀਆਂ ਦੀ ਸੰਗਤ ਕਰ, ਇਸ ਮਨੁੱਖਾ ਜੀਵਨ ਨੂੰ ਸਫਲਾ ਕਰ, ਸ਼ਬਦ ਦਾ ਅਭਿਆਸ ਕਰ, ਕੁਝ ਨਾ ਕੁਝ ਧਰਮ ਕਮਾ, ਕੁਝ ਨਾ ਕੁਝ
ਕੁਝ ਨਾ ਕੁਝ ਸ਼ੁਭ ਕਰਦਾ ਹੀ ਰਹੋ ਹਰ ਵੇਲੇ। ਕੁਝ ਨਾ ਕੁਝ ਸੇਵਾ ਸਿਮਰਨ ਪਰਉਪਕਾਰ ਪੁੰਨ ਦਾਨ ਭਲਾ ਯਾਤਰਾ ਕੁਝ ਨਾ ਕੁਝ ਮਹਾਰਾਜ ਕਹਿੰਦੇ ਕਰਦਾ ਹੀ ਰਹੋ, ਕਿਉਂਕਿ ਇਹੋ ਹੀ ਤੇਰਾ ਅਵਸਰ, ਇਹੋ ਹੀ ਤੇਰੀ ਬਾਰ। ਘੱਟ ਪੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਘਿਆਰ, ਬਹੁਤ ਜਿੱਦ ਕਰੇ ਪੁਕਾਰ ਪੁਕਾਰ। ਇਹ ਤੇਰਾ ਅਵਸਰ ਆ। ਇਸ ਅਵਸਰ ਦੇ ਵਿੱਚ ਤੂੰ ਜਵਾਨੀ ਦੇ ਵਿੱਚ ਮਸ਼ੱਕਤ ਕਰ ਸਕਦਾ, ਮਿਹਨਤ ਕਰ ਸਕਦਾ, ਪ੍ਰਮਾਤਮਾ ਨੂੰ ਪਾਉਣ ਦਾ ਹਰ ਵਸੀਲਾ ਵਰਤ ਸਕਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਮਹਾਰਾਜ ਦੇ ਪਿਆਰਿਆਂ ਦੇ ਨਾਲ ਰਲ ਕੇ ਉਸ ਅਕਥ ਵਾਹਿਗੁਰੂ ਪ੍ਰਮਾਤਮਾ ਜੀ ਦੇ ਗੁਣ ਗਾ, ਉਹਦਾ ਨਾਮ ਜਪ, ਉਹਨੂੰ ਪ੍ਰਾਪਤ ਕਰਨ ਵਾਸਤੇ ਤਤਪਰ ਰਹੋ ਤੇ ਆਪਣਾ ਜੀਵਨ ਸਫਲਾ ਕਰ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।